ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। सत श्री अकाल जी। सिटी लाइव ਦੇ ਚਲਾਇਆ ਗਿਆ ਪ੍ਰੋਗਰਾਮ ਚਮਕਦੇ ਤਾਰੇ ਦੇ ਵਿੱਚ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਮਾਝੇ ਜ਼ੋਨ ਦੀ ਡਿਊਟ ਜੋੜੀ ਸਰਬਜੀਤ ਬੁੱਗਾ ਔਰ ਬੀਬੀ ਮਨਪ੍ਰੀਤ ਬੁੱਗਾ। ਆਓ ਆਪਾਂ ਗੱਲਬਾਤ ਕਰਦੇ ਇਸ ਜੋੜੀ ਦੇ ਨਾਲ ਉਹਨਾਂ ਦੀ ਪੰਜਾਬੀ ਲੋਕ ਗਾਇਕੀ ਦੇ ਸੰਘਰਸ਼ ਦੇ ਸੰਬੰਧ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੋਨਾਂ ਨੂੰ ਸਾਡੇ ਸਿਟੀ ਲਾਈਵ ਦੇ ਪ੍ਰੋਗਰਾਮ ਚਮਕਦੇ ਤਾਰੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਔਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਤੁਹਾਡੀ ਸਾਰੀ ਟੀਮ ਦਾ ਸਿਟੀ ਚੈਨਲ ਦਾ ਤਹਿ ਦਿਲੋਂ ਧੰਨਵਾਦੀ ਹਾਂ ਸਾਰੀ ਟੀਮ ਦਾ ਵੀ ਤੁਸੀਂ ਸਾਡੇ ਕੋਲ ਆਣ ਕੇ ਅੱਜ ਸਾਡੇ ਕੋਲ ਪਹੁੰਚੇ ਹੋ ਔਰ ਇਸ ਨਿਮਾਣੀ ਜੀ ਜੋੜੀ ਨੂੰ ਇਸ ਲਾਇਕ ਸਮਝਿਆ ਕਿ ਅੱਜ ਇੰਟਰਵਿਊ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਗੁਰਪ੍ਰੀਤ ਵੀਰ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਥੇ ਆਇਆਂ ਨੂੰ ਵੈਲਕਮ ਕਰਿਆ ਔਰ ਆਪਾਂ ਤੁਹਾਡੇ ਸੰਘਰਸ਼ ਪੰਜਾਬੀ ਲੋਕ ਗਾਇਕੀ ਦੀ ਉਸ ਦੇ ਸੰਬੰਧ ਵਿੱਚ ਗੱਲਬਾਤ ਕਰੀਏ। ਉਸ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਹੁਣ ਦਾ ਜੋ ਸਮਾਂ ਚੱਲ ਰਿਹਾ ਸਾਡੇ ਕਿਸਾਨ ਵੀਰਾਂ ਦੇ ਸਾਡੇ ਕਿਸਾਨੀ ਮੁੱਦੇ ਨੂੰ ਲੈ ਕੇ ਉਸ ਸੰਬੰਧ ਦੇ ਵਿੱਚ ਕੀ ਤੁਸੀਂ ਆਪਣੇ ਕੋਈ ਦੋ ਸ਼ਬਦ ਹੁਣ ਤੱਕ ਮਾਰਕੀਟ ਵਿੱਚ ਦਿੱਤੇ ਆ? ਹਾਂਜੀ, ਮੇਰੇ ਆਏ ਸੀ ਕੱਲੇ ਕੱਲੇ ਠੋਕਣੇ ਗੀਤ ਆਇਆ ਸੀਗਾ ਕੱਲੇ ਕੱਲੇ ਠੋਕਣੇ ਵੇਖੀ ਤੇਰੇ ਯਾਰ ਨੇ। ਕਿਉਂਕਿ ਤੁਹਾਨੂੰ ਪਤਾ ਇਹ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਤਰੀਕ ਦੇ ਤਰੀਕ ਪਾਈ ਜਾ ਰਹੀ ਆ। ਇਹਨਾਂ ਨੂੰ ਇਹ ਨਹੀਂ ਲੱਗਣ ਡਿਆ ਵੀ ਕਿਸਾਨ ਸਾਡੇ ਉੱਥੇ ਸ਼ਹੀਦੀਆਂ ਪਾਉਣ ਡਏ ਆ, ਇੰਨੀ ਕੜਕਦੀ ਠੰਡ ਦੇ ਵਿੱਚ ਬੈਠੇ ਆ। ਇਹਨਾਂ ਨੂੰ ਮਾਸਾ ਨਹੀਂ ਆ ਰਿਹਾ ਕਿ ਅਸੀਂ ਭੋਰਾ ਹੀ ਤਰਸ ਕਰ ਲਈਏ। ਕਿਉਂਕਿ ਕਿਸਾਨ ਉਹ ਆ ਕਿ ਜਿਹੜਾ ਸਾਰੀ ਆਲ ਵਰਲਡ ਦਾ ਢਿੱਡ ਭਰਦਾ ਆ ਮਿਹਨਤ ਕਰਕੇ। ਤੇ ਮੈਂ ਇੱਕ ਦਿੱਲੀ ਦੀ ਗੱਲ ਕਰਨ ਲੱਗਾ, ਹੁਣ ਮੈਂ ਹੋਰ ਇੱਕ ਰਿਕਾਰਡ ਕਰਾਂਗਾ, ਉਹ ਵੀ ਤੁਹਾਨੂੰ ਸੁਣਨਾ ਹੈ। ਆ ਸੁਣੋ। ਆਓ ਆਪਾਂ ਸਰਬਜੀਤ ਬੁੱਗਾ ਜੀ ਦੇ ਰਾਹੀਂ ਕਿਸਾਨ ਵੀਰਾਂ ਦੇ ਲਈ ਇੱਕ ਸੋਲੋ ਗੀਤ ਜਿਹੜਾ ਉਹਨਾਂ ਨੇ ਤਿਆਰ ਕਰਿਆ ਉਹ ਸੁਣਦੇ ਆ। ਤੂੰ ਮਰਾ ਲੈਣਾ ਯਾਰਾਂ ਨੂੰ ਦਿੱਲੀਏ ਨੀ ਭਾਈਆਂ ਪਾਈਆਂ ਨੂੰ। ਤੂੰ ਮਰਾ ਲੈਣਾ ਯਾਰਾਂ ਨੂੰ ਦਿੱਲੀਏ ਨੀ ਭਾਈਆਂ ਪਾਈਆਂ ਨੂੰ। ਤੇਰੀ ਚਾਲ ਨਾ ਚੱਲਣੀ ਏ ਵੇਖੀ ਮੈਂ ਭੇਦ ਖੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਨੀ ਤੈਨੂੰ ਜਦੋਂ ਬਚਾਇਆ ਸਰਦਾਰਾਂ ਨੇ ਨੀ ਵੱਡਿਆ ਏ ਕਿਰਦਾਰਾਂ ਨੇ ਨੀ ਮੈਂ ਪੰਜਾਬ ਬੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਬਹੁਤ ਹੀ ਸੋਹਣੇ ਸ਼ਬਦ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਤੇ ਆਪਾਂ ਜੇਕਰ ਮਨਪ੍ਰੀਤ ਜੀ ਤੁਹਾਡੇ ਨਾਲ ਗੱਲ ਕਰੀਏ ਹੈ ਨਾ, ਇਹ ਦੋ ਲਾਈਨਾਂ ਨੇ ਅਸੀਂ ਚਾਹਾਂਗੇ ਕਿ ਇਹੀ ਲਾਈਨਾਂ ਤੁਸੀਂ ਵੀ ਬੋਲ ਕੇ ਸੁਣਾਓ ਕਿਉਂਕਿ ਸਾਡੀ ਜਿਹੜੀ ਕਿਸਾਨੀ ਉੱਥੇ ਮਹਿਲਾਵਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੇਗਾ। ਦਰਸ਼ਕੋ ਇੱਥੇ ਬੋਰ ਹੋਣ ਵਾਲੀ ਗੱਲ ਨਹੀਂ, ਥੋੜਾ ਸਮਾਂ ਲੱਗਦਾ ਹੈ ਕਿਉਂਕਿ ਆਵਾਜ਼ਾਂ ਆ ਤੇ ਇਹਨੂੰ ਸੈਟਿੰਗ ਕਰਨੀ ਪੈਂਦੀ ਹੈ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਨੀ ਤੈਨੂੰ ਜਦੋਂ ਬਚਾਇਆ ਏ ਉਹ ਸਰਦਾਰਾਂ ਨੇ ਨੀ ਵੱਡੇ ਕਰਦਾਰਾਂ ਨੇ। ਨੀ ਤੈਨੂੰ ਜਦੋਂ ਬਚਾਇਆ ਏ ਸਰਦਾਰਾਂ ਨੇ ਨੀ ਤੈਨੂੰ ਜਦੋਂ ਬਚਾਇਆ ਏ ਵੱਡੇ ਕਿਰਦਾਰਾਂ ਨੇ ਨੀ ਮੈਂ ਵੇਖੀ ਭੇਦ ਖੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਮਨਪ੍ਰੀਤ ਜੀ ਤੁਹਾਡੀ ਆਵਾਜ਼ ਸੁਣ ਕੇ ਤਾਂ ਮੇਰਾ ਦਿਲ ਕਰ ਰਿਹਾ ਸੀ ਕਿ ਤੁਹਾਡੇ ਨਾਲ ਮੈਂ ਵੀ ਇਹ ਗੀਤ ਗਾ ਕੇ ਇੱਕ ਵਾਰੀ ਦਿੱਲੀ ਨੂੰ ਦੱਸਾਂ ਕਿ ਗੱਲ ਸੁਣ ਲੈ ਦਿੱਲੀਏ ਨੀ ਮੈਂ ਪੰਜਾਬ ਬੋਲਦਾ। ਚਲੋ ਆਪਾਂ ਹੁਣ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਪੰਜਾਬੀ ਲੋਕ ਗਾਇਕੀ ਦੇ ਤੁਹਾਡੇ ਸੰਘਰਸ਼ ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਦੋਨੋਂ ਪਤੀ ਪਤਨੀ ਹੋ ਜਾਂ ਮੈਡਮ ਤੁਹਾਡੀ ਡਿਊਟ ਨੇ? ਦੇਖੋ ਜੀ, ਇਹ ਮੇਰੀ ਘਰ ਵਾਲੀ ਹੈ ਤਾਂ ਮੈਂ ਇਹਦਾ ਘਰ ਵਾਲਾ। ਤੁਸੀਂ ਪਤੀ ਪਤਨੀ ਕਹਿਤਾ ਪਰ ਪਤੀ ਪਤਨੀ ਜਿਹੜੇ ਹੁੰਦੇ ਨਾ ਉਹ ਲੜਦੇ ਰਹਿੰਦੇ ਆ, ਪਰ ਸਾਡਾ ਇੱਕ ਦੂਜੇ ਨਾਲ ਲੜਾਈ ਵਾਲਾ ਨਹੀਂ ਹੁੰਦਾ। ਅਸੀਂ ਇੱਕ ਦੂਜੇ ਨੂੰ ਮਜ਼ਾਕ ਬਹੁਤ ਕਰਦੇ ਆ। ਤੁਸੀਂ ਸਮਝ ਲਓ ਕਿ ਇਹ ਮੇਰੇ ਮਿਸ ਜੀ ਵੀ ਨੇ, ਮੇਰੇ ਲਵਰ ਵੀ ਨੇ, ਸਾਰਾ ਕੁਝ ਹੀ ਆ। ਔਰ ਅਸੀਂ ਇਹ ਚਾਹਾਂਗੇ ਕਿ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖੇ ਕਿਉਂਕਿ ਜੋ ਡਿਊਟ ਮਾਝੇ ਜ਼ੋਨ 'ਚ ਤੁਸੀਂ ਦਿੱਤਾ ਹੈ ਤੇ ਸਾਡੇ ਹੁਣ ਤੱਕ ਕੋਈ ਜਾਣਕਾਰੀ ਵਿੱਚ ਨਹੀਂ ਆਇਆ। ਤੇ ਆਪਾਂ ਪ੍ਰੀਤੀ ਜੀ ਤੁਹਾਡੇ ਨਾਲ ਗੱਲ ਕਰਦੇ ਹਾਂ। ਪ੍ਰੀਤੀ ਸ਼ਬਦ ਵਧੀਆ ਨਾ ਤੁਹਾਡੇ? ਨਹੀਂ, ਹਾਂ ਜੀ। ਤੁਸੀਂ ਬੁੱਗਾ ਜੀ ਨੂੰ ਕਦੋਂ ਮਿਲੇ?
ਮੈਂ ਇਹਨਾਂ ਨੂੰ 1998 ਦੇ ਵਿੱਚ ਪਹਿਲੀ ਵਾਰ ਮਿਲੀ ਸੀਗੀ। ਉਦੋਂ ਮੈਂ +2 ਦੇ ਪੇਪਰ ਦਿੱਤੇ ਸੀਗੇ, ਮੇਰਾ ਰਿਜ਼ਲਟ ਨਹੀਂ ਸੀਗਾ ਆਇਆ ਤੇ ਇਹਨਾਂ ਨੇ ਕੋਈ ਕੈਸਟ ਕਰਨੀ ਸੀ ਨਵੀਂ, ਤੇ ਫਿਰ ਮੈਨੂੰ ਇਹਨਾਂ ਨੇ ਲੱਭ ਲੁੱਭ ਕੇ ਮਤਲਬ ਕੈਸਟ ਦੀ ਤਿਆਰੀ ਕਰਵਾਈ ਸੀਗੀ। ਕਹਿਣ ਤੋਂ ਭਾਵੇਂ ਆਪਣੀ ਲਵ ਮੈਰਿਜ ਹੈ। ਬਿਲਕੁਲ ਜੀ, ਲਵ ਮੈਰਿਜ ਹੈ ਜੀ। ਤੇ ਫਿਰ ਤੁਹਾਡੀ ਲਵ ਮੈਰਿਜ, ਤੁਹਾਡੇ ਇਹ ਅਫੇਅਰ ਕਿੱਥੋਂ ਤੇ ਕਿਹੜੀ ਕੋਈ ਇੱਕ ਮਿੱਠੀ ਜੀ ਯਾਦ ਸਾਡੇ ਦਰਸ਼ਕਾਂ ਨਾਲ ਉਹ ਵੀ ਸਾਂਝੀ ਕਰ ਲਓ। ਮੈਮ ਇੱਦਾਂ ਵਾ ਕਿ ਅਸਲ 'ਚ ਲਵ ਮੈਰਿਜ ਨਹੀਂ ਨੂੰ ਕਿਹਾ ਜਾ ਸਕਦਾ। ਜਦੋਂ ਅਸੀਂ ਦੋਨੇ ਜਾਣੇ ਨਾ ਪਹਿਲੀ ਟੇਪ ਹੀ ਇਹਨਾਂ ਦੀ ਮੇਰੇ ਨਾਲ ਆਈ, ਮੈਂ ਹੋਰ ਕਿਸੇ ਕੁੜੀ ਨਾਲ ਪਹਿਲਾਂ ਗਾਇਆ ਨਹੀਂ ਸੀਗਾ, ਨਾ ਟੇਪ ਕੀਤੀ ਸੀਗੀ, ਉਦੋਂ ਟੇਪਾਂ ਹੁੰਦੀਆਂ ਸੀਗੀਆਂ। ਅਤੇ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਉਹ ਪੰਜਾਬ ਪੁਲਿਸ 'ਚ ਸੀਗੇ, ਅਤੇ ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀ, ਗਾਇਕੀ ਨਾਲ ਬਹੁਤ ਪਿਆਰ ਸੀਗਾ। ਇਹਦੇ ਬ੍ਰਦਰ ਉਹਨਾਂ ਨੂੰ ਬਹੁਤ ਪਿਆਰ ਸੀਗਾ। ਮੈਨੂੰ ਕਿਸੇ ਨੇ ਇਹਨਾਂ ਦੇ ਘਰੇ ਖੜਿਆ ਅਤੇ ਮੈਂ ਇਹਨਾਂ ਨੂੰ ਠੀਕ ਹੈ, ਇਹਨਾਂ ਨੂੰ ਜਦੋਂ ਸੁਣਿਆ, ਇਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ, ਹਿੰਦੀ ਗਾਉਂਦੇ ਸੀਗੇ, ਵਧੀਆ ਸੀਗਾ। ਫਿਰ ਇਹਨਾਂ ਦੀ ਤਿਆਰੀ ਕਰਾ ਕੇ ਅਤੇ ਆਪਾਂ ਉਹ ਫਿਰ ਘਰਦਿਆਂ ਨੇ ਜਦੋਂ ਮੇਰੀਆਂ ਟੇਪਾਂ ਪਹਿਲੀ ਟੇਪ ਹਿੱਟ ਹੋ ਗਈ, ਦੂਜੀ ਹੋ ਗਈ, ਫਿਰ ਉਹ ਘਰਦਿਆਂ ਨੇ ਦੋਨਾਂ ਨੇ ਅਰੇਂਜ ਮੈਰਿਜ ਕਰਤੀ ਸਾਡੇ, ਮੇਰੇ ਪਰਿਵਾਰ ਦੇ ਨਾਲ ਪਰਿਵਾਰ ਨੇ, ਉਹ ਸਾਡੀ ਅਰੇਂਜ ਮੈਰਿਜ ਫਿਰ ਹੋ ਗਈ। ਉਹ ਕਹਿੰਦੇ ਵੀ ਤੁਸੀਂ ਗਾਣੋਂ ਤਾਂ ਹਟਣਾ ਨਹੀਂ ਹੈ, ਤੇ ਫਿਰ ਮੈਰਿਜ ਹੀ ਕਰ ਦਈਏ ਦੋਨਾਂ ਦੀ। ਬੁੱਗਾ ਜੀ ਨੇ ਆਪਣੇ ਸ਼ਬਦਾਂ 'ਚ ਵੀ ਦੱਸਿਆ ਕਿ ਤੁਸੀਂ ਹਿੰਦੀ ਵਿੱਚ ਜ਼ਿਆਦਾ ਵਧੀਆ ਗਾਉਂਦੇ ਸੀਗੇ, ਤੇ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਕੋਈ ਤੁਸੀਂ ਆਪਣਾ ਪਸੰਦੀਦਾ ਗੀਤ ਇੱਕ ਹਿੰਦੀ ਵਿੱਚ ਵੀ ਸੁਣਾ ਦਿਓ। ਹਾਂਜੀ। शिवनाथ तेरी महिमा शिवनाथ तेरी महिमा जब तीन लोक गाए नाचे भरा गगन तो नाचे भरा गगन तो झूमे दसों दिशाएं शिवनाथ तेरी महिमा जब तीन लोक गाए। ਮੈਨੂੰ ਲੱਗਦਾ ਤੁਸੀਂ ਸੋਮਵਾਰ ਦੇ ਵਰਤ ਨਾ ਪੂਰੇ ਦੱਬ ਕੇ ਹੀ ਰੱਖੇ ਹੋਣੇ ਆ ਬੁੱਗਾ ਜੀ ਨੂੰ ਪਾਣ ਲਈ। ਪੱਕਾ ਰੱਖੇ ਸੀਗੇ। ਤੇ ਸਰਬਜੀਤ ਬੁੱਗਾ ਜੀ, ਆਪਾਂ ਗੱਲ ਕਰੀਏ ਤੁਹਾਡੀ ਪੰਜਾਬੀ ਲੋਕ ਗਾਇਕੀ ਦੀ, ਤਾਂ ਤੁਸੀਂ ਤੁਹਾਡੀ ਇਸ ਗਾਇਕੀ ਦੇ ਵਿੱਚ ਤੁਹਾਡੇ ਉਸਤਾਦ ਉਹਨਾਂ ਦੇ ਬਾਰੇ ਵੀ ਸਾਨੂੰ ਦੱਸੋ। ਮੈਂ ਉਸਤਾਦ ਜਿਹੜੇ ਮੇਰੇ ਆ ਨਾ, ਮੇਰੇ ਵਾਸਤੇ ਰੱਬ ਆ। ਹੋ ਸਕਦਾ ਜੇ ਉਹ ਮੇਰੇ ਉਸਤਾਦ ਨਾ ਹੁੰਦੇ ਤਾਂ ਅੱਜ ਮੈਂ ਇਸ ਜਗ੍ਹਾ 'ਤੇ ਨਾ ਹੁੰਦਾ, ਪਤਾ ਨਹੀਂ ਕੀ ਹੁੰਦਾ, 2-4 ਹਜ਼ਾਰ 5-10 20 ਹਜ਼ਾਰ ਦੀ ਨੌਕਰੀ ਕਰਦਾ ਹੁੰਦਾ, ਪਰ ਇੰਨਾ ਨਾ ਹੁੰਦਾ। ਮੇਰੇ ਉਸਤਾਦ, ਮੇਰੇ ਰੱਬ ਜਿਹੜੇ ਨੇ, ਉਸਤਾਦ ਬਲਦੇਵ ਅੰਜਾਨ ਜੀ ਨੇ, ਉਹ ਆਰਟਿਸਟ ਸੀਗੇ ਜਲੰਧਰ ਦੂਰਦਰਸ਼ਨ ਦੇ ਸਰਕਾਰੀ। ਉਹਨਾਂ ਕੋਲ ਮੈਂ 11 ਸਾਲ ਤਾਲੀਮ ਰਹੀ ਹੈ ਵਾਜੇ ਦੀ, ਔਰ ਸਿੱਖਿਆ ਬਕਾਇਦਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਹੁਕਮ ਲਾਤਾ ਵੀ ਤੂੰ ਹੁਣ ਕਲਾਕਾਰਾਂ ਦੀ ਮਾਰਕੀਟ 'ਚ ਜਾ, ਕਿਉਂਕਿ ਉਹ ਤਾਂ ਆਪ ਤਾਂ ਗਾਉਂਦੇ ਨਹੀਂ ਸੀ, ਘੱਟ ਗਾਉਂਦੇ ਸੀਗੇ ਅਤੇ ਉਹ ਸਿਖਾਉਂਦੇ ਸੀਗੇ। ਉਹਨਾਂ ਫਿਰ ਮੇਰੀ ਇੱਕ ਡਿਊਟੀ ਲਾਤੀ ਕਿ ਤੂੰ ਮਾਰਕੀਟ 'ਚ ਜਾ। ਉੱਥੇ ਫਿਰ ਮੈਂ ਆਣ ਕੇ ਪ੍ਰੈਕਟੀਕਲੀ ਜੋ ਸਿੱਖਿਆ, ਸਟੇਜ ਪਰਫਾਰਮੈਂਸ ਸਿੱਖੀ, ਉਹ ਮੈਂ ਨਾਲ ਜਾ। ਫਿਰ ਮੈਂ ਉਸਤਾਦ ਜੀ ਪਾਏ, ਮੇਰੇ ਉਸਤਾਦ ਨੇ ਜਨਾਬ ਬਲਵਿੰਦਰ ਜਹਾਂਗੀਰ ਸਾਹਿਬ, ਉਹਨਾਂ ਕੋਲ ਫਿਰ ਬਕਾਇਦਾ ਮੈਂ ਸਟੇਜ ਦੀ ਤਾਲੀਮ ਲਈ, ਔਰ ਉਹਨਾਂ ਦਾ ਸਿਰ 'ਤੇ ਹੱਥ ਰਿਹਾ, ਫਿਰ ਮੈਂ ਅੱਜ ਕਾਮਯਾਬ ਹੋ ਗਿਆ। ਔਰ ਤੁਸੀਂ ਕਿਹੜੇ ਸੰਨ ਦੇ ਵਿੱਚ ਪਹਿਲੀ ਵਾਰੀ ਡਿਊਟ ਜੋੜੀ ਸਟੇਜ ਦੇ ਉੱਤੇ ਚੜੀ? ਮੈਂ ਪਹਿਲੀ ਸਟੇਜ ਜਿਹੜੀ ਕੀਤੀ ਆ, ਉਹ ਮੈਨੂੰ ਉਸਤਾਦ ਜੀ ਨੇ ਸਟੇਜ 'ਤੇ ਚੜਾਇਆ ਸੀਗਾ। ਉਹ ਮੇਰੇ ਖਿਆਲ 88 ਦੇ ਕਰੀਬ ਮੈਨੂੰ ਸਟੇਜ 'ਤੇ ਇੱਕ ਮੌਕਾ ਮਿਲਿਆ ਸੀ ਗਾਉਣ ਦਾ। ਉਦੋਂ ਤੁਸੀਂ ਸੋਲੋ ਕੀਤਾ ਹੋਏਗਾ? ਉਦੋਂ ਨਹੀਂ, ਉਦੋਂ ਮੈਂ ਕਿਉਂਕਿ ਮੈਡਮ ਤਾਂ ਤੁਹਾਨੂੰ 98 ਵਿੱਚ ਮਿਲੇ ਆ। ਨਹੀਂ, ਜਿਹੜੇ ਉਦੋਂ ਨਾ ਉਸਤਾਦ ਜੀ ਨੇ ਜਿਹੜੀ ਸਟੇਜ 'ਤੇ ਕੁੜੀ ਖੜੀ ਸੀ ਨਾ, ਉਹਦੇ ਨਾਲ ਮੈਨੂੰ ਉਹ ਜਿਹੜੇ ਮੇਰੇ ਤੋਂ ਸੀਨੀਅਰ ਜਿਹੜੇ ਸ਼ਾਗਿਰਦ ਸੀਗੇ ਉਸਤਾਦ ਜੀ ਦੇ, ਉਹਨੇ ਗਾਉਣਾ ਸੀ ਉਹਦੇ ਨਾਲ। ਤਾਂ ਉਸਤਾਦ 'ਤੇ ਗਾਉਂਦੇ ਨਹੀਂ ਸੀਗੇ ਆਪ ਸਟੇਜ 'ਤੇ, ਅਤੇ ਉਹ ਕੁੜੀ ਨੇ ਉਹਦੇ ਨਾਲ ਗਾਉਣਾ ਸੀ। ਉਹ ਕਿਸੇ ਕੋਲੋਂ ਨਾਰਾਜ਼ ਹੋ ਗਿਆ ਸਟੇਜ 'ਤੇ, ਅਤੇ ਗੁਰੂ ਜੀ ਮੈਂ ਥੱਲੇ ਕਹਿਣਾ, ਮੈਨੂੰ ਬਾਹੋਂ ਫੜਿਆ, ਅਤੇ ਉਹਨਾਂ ਕਹਿੰਦੇ ਗਾਣਾ ਗਾ। ਫਿਰ ਉੱਥੇ ਮੈਂ ਗਾਇਆ ਸੀਗਾ ਉਹਨਾਂ ਨਾਲ, ਅਤੇ ਉੱਥੋਂ ਹੀ ਫਿਰ ਬੱਲੇ ਬੱਲੇ ਹੋ ਗਈ। ਲੋਕ ਕਹਿੰਦੇ ਸੁਣਨਾ ਹੀ ਸੀ ਮੁੰਡੇ ਨੂੰ। ਫਿਰ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਤਾ ਲੱਗ ਗਿਆ, ਹੌਲੀ ਹੌਲੀ ਫਿਰ ਉਸ ਲਾਈਨ ਦੇ ਵਿੱਚ ਆ ਕੇ ਗੁਰੂ ਜੀ ਨੇ ਮੈਨੂੰ ਇੱਧਰ ਭੇਜਤਾ। ਤੇ ਪ੍ਰੀਤੀ ਜੀ, ਤੁਸੀਂ ਬੁੱਗਾ ਜੀ ਦੇ ਨਾਲ ਪਹਿਲੀ ਵਾਰੀ ਸਟੇਜ ਦੇ ਉੱਤੇ ਕਿਹੜੇ ਸੰਨ ਵਿੱਚ, ਔਰ ਉਹ ਜਿਹੜੀ ਸਟੇਜ ਸੀ ਕਿਹੜੇ ਪਿੰਡ ਦੇ ਮੇਲੇ ਵਿੱਚ ਸੀ? ਮੈਂ ਇਹਨਾਂ ਨਾਲ ਪਹਿਲੀ ਵਾਰ ਜਦੋਂ ਮਿਲੀ ਸੀ 1998 ਦੇ ਵਿੱਚ, ਉਸ ਤੋਂ ਥੋੜੀ ਦੇਰ ਬਾਅਦ ਹੀ ਮਤਲਬ ਕਿ ਯਾਨੀ ਅਸੀਂ ਸਟੇਜਾਂ ਸ਼ੁਰੂ ਕੀਤੀਆਂ ਸੀਗੀਆਂ। ਤੇ ਪਹਿਲੀ ਵਾਰ ਸਾਡੇ ਭਗਤਾਂ ਵਾਲੇ ਇੱਕ ਦਾਣਾ ਮੰਡੀ ਹੈ,
ਅੰਮ੍ਰਿਤਸਰ ਦੇ ਵਿੱਚ। ਤੇ ਉੱਥੇ ਮੈਂ ਪਹਿਲੀ ਸਟੇਜ ਕੀਤੀ ਸੀਗੀ, ਉੱਥੇ ਗੁਰਮੀਤ ਬਾਵਾ ਜੀ ਆਏ ਸੀਗੇ ਸਾਡੇ, ਤੇ ਉਹਨਾਂ ਨੇ ਸੁਣ ਕੇ ਕਿਹਾ ਬਹੁਤ ਵਧੀਆ ਗਾਉਂਦੇ, ਤੇ ਫਿਰ ਥੋੜਾ ਜਿਹਾ ਹੌਸਲਾ ਵੱਧ ਗਿਆ ਕਿ ਮਤਲਬ ਵਧੀਆ ਗਾ ਰਹੇ, ਤੇ ਥੋੜਾ ਹੋਰ ਅੱਗੇ ਵੱਧ ਗਏ ਆਪਾਂ ਜੀ। ਤੁਹਾਡਾ ਪਹਿਲਾ ਸਟੇਜ ਦਾ ਜੋ ਉੱਥੇ ਤੁਸੀਂ ਆਪਣੇ ਦਰਸ਼ਕਾਂ ਦਾ ਦਿਲ, ਸਰੋਤਿਆਂ ਦਾ ਜਿੱਤਿਆ ਜਿਹੜੇ ਗੀਤ ਦੇ ਨਾਲ, ਅਸੀਂ ਚਾਹਾਂਗੇ ਉਹ ਗੀਤ ਤੁਸੀਂ ਸਾਡੇ ਦਰਸ਼ਕਾਂ ਦੇ ਵੀ ਰੂਬਰੂ ਕਰੋ। ਲਓ ਜੀ, ਤੁਹਾਨੂੰ ਸੁਣਾਉਣੇ ਪਹਿਲਾ ਗੀਤ ਅਸੀਂ। ਸਾਡਾ ਸੈਡ Song ਗੀਤ ਸੀ ਜੀ, ਬਾਅਦ ਚ ਅਸੀਂ ਉਹ ਟੇਪ 'ਚ ਵੀ ਪਾਇਆ। ਪਹਿਲੀ ਤੋਂ ਬਹੁਤ ਜ਼ਿਆਦਾ ਹਿੱਟ, ਅੱਜ ਤੱਕ ਉਸੇ ਗੀਤ ਦੀ ਫਰਮਾਇਸ਼ ਆਉਂਦੀ ਖਾੜੇ ਤੇ ਸਾਨੂੰ। ਮੇਰਾ ਹੀ ਲਿਖਿਆ ਸੀਗਾ। ਹੱਥਾਂ 'ਚ ਛੁੱਟ ਗਏ ਹੱਥ ਅੜਿਆ, ਮੇਰਾ ਚੱਲਿਆ ਨਹੀਂ ਕੋਈ ਬਸ ਅੜਿਆ, ਇੱਕ ਪਲ ਵੀ ਦੂਰ ਨਾ ਰਹਿੰਦੀ ਸੀ, ਤੁਰ ਦੂਰ ਸੋਹਣਿਆ ਚੱਲੀ ਵੇ, ਜਿੰਨੂੰ ਮੇਰੀ ਮੇਰੀ ਕਹਿੰਦਾ ਸੱਜ ਵਿਛੜ ਸੋਹਣਿਆ ਚੱਲੀ ਵੇ, ਹਾਏ ਮੇਰੀ ਮੇਰੀ ਕਹਿੰਦਾ ਸੱਜ ਵਿਛੜ ਸੋਹਣਿਆ ਚੱਲੀ ਵੇ। ਨੀ ਇਹ ਲੇਖਾ ਸੀ ਤਕਦੀਰਾਂ ਦਾ, ਸਾਡੀ ਕਿਸਮਤ ਦੇ ਵਿੱਚ ਰੋਣਾ ਨੀ, ਤੂੰ ਦੂਰ ਤਾਂ ਮੇਥੋਂ ਹੋ ਜਾਣਾ, ਸੱਚੀ ਝਲਣਾ ਸਦਮਾ ਹੋਣਾ ਨੀ, ਤੇ ਫਿਰ ਬੋਤਲ ਹਿੱਕ ਨਾਲ ਲਾਉਣੀ ਪਊ, ਅੱਗੇ ਅੱਧੀ ਲੰਘ ਗਈ ਤੇਰੇ ਨਾਲ ਨੀ, ਅੱਧੀ ਬੋਤਲ ਨਾਲ ਨਿਭਾਉਣੀ ਪਊ, ਅੱਗੇ ਅੱਧੀ ਲੰਘ ਗਈ ਤੇਰੇ ਨਾਲ ਨੀ, ਅੱਧੀ ਬੋਤਲ ਨਾਲ ਨਿਭਾਉਣੀ ਪਊ। ਇਹ ਸਾਡਾ ਪਹਿਲਾ Song ਸੀ ਜੀ। ਹੁਣ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਹੈ, ਤੁਹਾਡਾ ਇਹ Song ਅੱਛਾ ਜੀ। ਤਰਨ ਤਾਰਨ ਤੋਂ ਅੰਮ੍ਰਿਤਸਰ ਪਹੁੰਚਣ ਤੱਕ ਮੈਂ 10 ਵਾਰੀ ਸੁਣ ਕੇ ਆਈ ਹਾਂ। ਸਾਡਾ ਲੜਕਾ ਜਿਹੜਾ ਗੁਰਪ੍ਰੀਤ ਹੈ, ਤਾਂ ਮੈਡਮ ਇਹ ਗੀਤ ਮੇਰਾ ਫੇਵਰੇਟ ਹੈ, ਔਰ ਇਹਨਾਂ ਦਾ ਇਹੀ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਸੀ, ਔਰ ਇੱਕ ਸ਼ਬਦ ਯਾਦ ਹੈ ਤੁਹਾਡੇ ਇਸ Song ਦਾ। ਤੇ ਮਨਪ੍ਰੀਤ ਜੀ, ਉਸ ਤੋਂ ਬਾਅਦ ਬੁੱਗਾ ਜੀ ਤੁਸੀਂ ਇਹ ਜਾਣਕਾਰੀ ਦਿਓ ਕਿ ਮਿਊਜ਼ਿਕ ਕੰਪਨੀ ਕਿਹੜੀ ਨੇ ਤੁਹਾਡਾ ਜਿਹੜਾ Song ਹੈ ਉਹ ਰਿਲੀਜ਼ ਕੀਤਾ, ਔਰ ਕਿਸ ਤਰ੍ਹਾਂ ਤੁਸੀਂ ਉਸ ਕੰਪਨੀ ਤੱਕ ਪਹੁੰਚੇ, ਔਰ ਕਿਹੜਾ ਉਹ ਗੀਤ ਸੀਗਾ, ਉਹ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਗਾ ਕੇ ਹੀ ਸੁਣਾਉਣਾ ਹੈ। ਮੈਮ, ਜਦੋਂ ਸਬੱਬ ਬਣਦਾ ਨਾ, ਜਦੋਂ ਉਹ ਅਕਾਲ ਪੁਰਖ ਤੁਹਾਡੇ ਤੇ ਕਿਰਪਾ ਕਰਦਾ ਹੈ, ਤੇ ਸਿਆਣੇ ਨਹੀਂ ਕਹਿੰਦੇ ਕਿ ਜਦੋਂ ਉਹਦੀ ਮਿਹਰ ਹੋਵੇ ਤੇ ਭੁੱਜੇ ਮੋਠ ਵੀ ਉੱਗ ਜਾਂਦੇ ਆ। ਉਹ ਮੇਰੇ ਭੁੱਜੇ ਹੀ ਮੋਠ ਉੱਗੇ, ਕਿਉਂਕਿ ਮੈਂ ਤਾਂ ਬਹੁਤ ਗਰੀਬ ਪਰਿਵਾਰ 'ਚੋਂ ਸੀਗਾ, ਤੇ ਮੈਂ ਕਿਸੇ ਕਲਾਕਾਰ ਦੇ ਦਫ਼ਤਰ 'ਚ ਬਹਿ ਕੇ ਵਾਜਾ ਵਜਾ ਕੇ ਤੇ ਗਾ ਰਿਹਾ ਸੀਗਾ। ਉਹ ਉਸ ਬੰਦੇ ਨੂੰ, ਉਸ ਕਲਾਕਾਰ ਨੂੰ ਰਿਕਾਰਡ ਕਰਨ ਵਾਸਤੇ ਆਏ ਸੀ, ਤੇ ਉਹ ਉਹਨਾਂ ਨੂੰ ਕਿਤੇ ਖਰਾਬ ਕਰ ਰਹੇ। ਉਹ ਮੈਨੂੰ ਪੁੱਛਦੇ ਵੀ ਤੂੰ ਯਾਰ ਬਹੁਤ ਵਧੀਆ ਗਾਉਣਾ, ਤੇ ਕੋਈ ਲੜਕੀ ਹੈਗੀ ਤੇਰੇ ਨਾਲ ਸਿੰਗਰ? ਤੇ ਮੈਂ ਕਿਹਾ ਜੀ ਇਹ ਨਵੇਂ ਜਦ ਮਿਲਿਆ ਸੀਗਾ, ਮੈਂ ਕਿਹਾ ਜੀ ਹਾਂ ਹੈਗੀ। ਤੇ ਮੈਨੂੰ ਕਹਿੰਦੇ ਵੀ ਅੱਛਾ ਚਲੋ ਠੀਕ ਆ। ਉਹ ਚਲੇ ਗਏ। ਸ਼ਾਮੀ 6 ਵਜੇ, ਤੇ 6 ਵਜੇ ਮੈਂ ਥੱਲੇ ਢਾਬੇ ਤੇ ਬਾਹਰ ਖੜਾ ਸੀਗਾ, ਤੇ ਉਹ ਦੋਨੇ ਭਰਾ, ਉਹਨਾਂ ਦੀ ਕੰਪਨੀ ਦਾ ਨਾਂ ਸੀਗਾ ਮੈਗਨਾ ਟੱਚ। ਰਾਣਾ ਭਾਜੀ, ਮੈਂ ਮੇਰੇ ਹੱਥ ਰੱਬ ਬਣ ਕੇ, ਰਾਣਾ ਭਾਜੀ ਤੇ ਸਰਜੀਤ ਭਾਜੀ ਵੀ, ਉਹ ਮੇਰੇ ਕੋਲ ਚਾਹ ਨਹੀਂ ਉਦੋਂ ਚੱਲਿਆ ਜਾਂਦਾ। ਆ ਕੇ ਤੇ ਮੇਰੇ ਕੋਲ ਸ਼ਾਮੀ ਆ ਗਏ, ਤੇ ਮੈਨੂੰ ਉਹਨਾਂ ਨੇ ਬਿਠਾ ਲਿਆ ਉੱਥੇ ਢਾਬੇ 'ਤੇ। ਜਿਹਨੂੰ ਕੋਈ ਪਾਣੀ ਨਹੀਂ ਪੁੱਛਦਾ ਉਹਨੂੰ ਕੋਲਡ ਡਰਿੰਕ ਉਹਦੇ ਅੱਗੇ ਰੱਖਤੀ ਮੇਰੇ ਅੱਗੇ, ਤੇ ਮੈਨੂੰ ਕਹਿੰਦੇ ਕਿ ਜੇ ਤੈਨੂੰ ਰਿਕਾਰਡ ਕਰੀਏ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਭਾਜੀ ਤੁਹਾਡੇ ਕੋਲ ਨਾ ਪਹਿਲੋਂ ਗਿਆ ਸੀਗਾ, ਤੇ ਤੁਸੀਂ 25000 ਰੁਪਇਆ ਮੇਰੇ ਕੋਲ ਮੰਗਿਆ ਸੀ ਕੈਸਟ ਦਾ, ਤੇ ਮੇਰੇ ਕੋਲ ਤਾਂ 25 ਰੁਪਈਏ ਨੇ, ਮੈਂ ਕਿੱਥੋਂ ਦੇਣੇ ਤੁਹਾਨੂੰ? ਕਹਿੰਦੇ ਨਹੀਂ, ਜੇ ਆਪਾਂ ਤੈਨੂੰ ਦਈਏ ਤੇ ਫਿਰ। ਮੈਂ ਕਿਹਾ ਜੀ ਫਿਰ ਓਕੇ। ਫਿਰ ਉਹਨਾਂ ਮੇਰੇ ਕੋਲ ਇੱਕ ਕੈਸਟ ਕਰਾਈ, ਧਾਰਮਿਕ ਕੈਸਟ ਬਾਬਾ ਬੁੱਢਾ ਸਾਹਿਬ ਦੀ, ਜਿਹਦੇ ਤਾਂ ਮੈਨੂੰ ਯਕੀਨ ਨਹੀਂ ਹੈਗਾ ਕਿ ਮੈਂ ਉੱਥੋਂ ਹਿੱਟ ਹੋਊਂਗਾ, ਕਿਉਂਕਿ ਉੱਥੇ ਦੇ ਕਲਾਕਾਰ ਹਿੱਟ ਹੁੰਦੇ ਸੀ ਬਹੁਤ ਜ਼ਿਆਦਾ ਪੁਰਾਣੇ ਨਾਮਵਰ, ਤੇ ਮੈਂ ਪਹਿਲੋਂ ਵਾਰ ਜਾਣ ਵਾਲਾ ਬੰਦਾ। ਮੈਂ ਕਿਹਾ ਕਿ ਇਹ ਕਿਹੜੀ ਚੱਲਣੀ। ਉਹ ਫਿਰ ਮੈਂ ਆਪੇ ਗਾਣਾ ਲਿਖਿਆ ਜੀ, ਬੀੜ ਸਾਹਿਬ ਚੰਨੀਆਂ ਨੇ ਬੈਠਾ ਬਾਬਾ ਬੁੱਢਾ, ਕਹਿੰਦੇ ਗੰਢਿਆਂ ਤੋਂ ਪੁੱਤ ਵਰਤਾਈ ਜਾਂਦਾ। ਉਹ ਫਿਰ ਗੰਢੇ ਇੰਨੇ ਕੁ ਵੰਡੇ ਗਏ, ਬਾਬਾ ਬੁੱਢਾ ਜੀ ਨੇ ਕਿਰਪਾ ਕਰਤੀ, ਤੇ ਉਹ ਫਿਰ ਸੁਪਰ ਡੁਪਰ। ਤੇ ਫਿਰ ਤਾਂ ਪਤਾ ਨਹੀਂ ਲੱਗਾ, ਫਿਰ ਤਾਂ ਕਈ ਕੰਪਨੀਆਂ, ਫਿਰ ਪੈਸਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਗਈ, ਪ੍ਰੋਗਰਾਮ ਸ਼ੁਰੂ ਹੋ ਗਏ ਆਪਣੇ। ਔਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਹੀ ਪ੍ਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਗੰਢਿਆਂ ਦੀ ਵਰਖਾ ਕਰੀ, ਅਸੀਂ ਚਾਹਾਂਗੇ ਉਹ ਜਿਹੜਾ ਧਾਰਮਿਕ ਗੀਤ ਹੈ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਲੋ ਭੈਣ, ਲੋ ਭੈਣ ਜੀ, ਲਓ। ਬੀੜ ਸਾਹਿਬ ਚੰਨੀ ਨਹੀਂ ਬੈਠਾ ਬਾਬਾ ਬੀੜ ਸਾਹਿਬ ਚੰਨੀ ਨਹੀਂ ਬੈਠਾ ਬਾਬਾ ਬੁੱਢਾ, ਕਹਿੰਦੇ ਗੰਢਿਆਂ ਤੋਂ ਪੁੱਤ ਵਰਤਾਈ ਜਾਂਦਾ। ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਦਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀਏ, ਜੇ ਬਾਬਾ ਗੰਢਿਆਂ ਤੋਂ ਪੁੱਤ, ਜੇ ਬਾਬਾ ਗੰਢਿਆਂ ਤੋਂ ਪੁੱਤ ਵਰਤਾਈ ਜਾਂਦਾ ਆ। ਉਹ ਭੀੜ
ਬੀੜ ਸਾਹਿਬ ਚੰਨੀਏ ਨੇ ਬੈਠਾ ਬਾਬਾ ਬੁੱਢਾ ਕਹਿੰਦੇ ਗੰਡਿਆਂ ਤੋਂ ਪੁੱਤ ਰਤਾਈ ਜਾਂਦਾ ਹੈ ਹਾਏ ਤਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀ ਜੇ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ ਉਹ ਛਿੰਦੋ ਬਿੱਦੋਂ ਤੋਂ ਸਭ ਕਰ ਲਾ ਤਿਆਰ ਨੀ ਪਹਿਲਾ ਦਿਨ ਮਹੀਨੇ ਦਾ ਤੇ ਨਾਲੇ ਸੰਗਰਾਂਦ ਨੀ ਸ਼ੀਰੋ ਦੇ ਬਸ ਨੂੰ ਬਿੰਦੋ ਕਰ ਲੈ ਤਿਆਰ ਨੀ ਪਹਿਲਾ ਦਿਨ ਮਹੀਨੇ ਦਾ ਤੇ ਨਾਲੇ ਸੰਗਰਾਂਦ ਨੀ ਬਾਪੂ ਨੂੰ ਵੀ ਕਹਦੇ ਚੱਲ ਹੋ ਜਾ ਤਿਆਰ ਕਾਨੂੰ ਮੰਜੇ ਉੱਤੇ ਬੈਠਾ ਰੌਲਾ ਪਾਈ ਜਾਂਦਾ ਆ ਤਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀ ਤਾਰੀ ਉੱਤੇ ਜਾ ਕੇ ਆਪਾਂ ਝੋਲੀ ਅੱਡੀ ਜੇ ਬਾਬਾ ਗੰਡਿਆਂ ਤੋਂ ਪੁੱਤ ਜੇ ਬਾਬਾ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ ਉਹ ਭੀੜ ਸਾਹਿਬ ਚੰਨੀਏ ਨੇ ਬੈਠਾ ਬਾਬਾ ਬੁੱਢਾ ਕਹਿੰਦੇ ਗੰਡਿਆਂ ਤੋਂ ਪੁੱਤ ਵਰਤਾਈ ਜਾਂਦਾ ਆ ਮੈਮ ਇਹ ਫਿਰ ਬਾਬਾ ਬੁੱਢਾ ਸਾਹਿਬ ਨੇ ਗੰਡੇ ਇੰਨੇ ਕੁ ਵੱਡੇ ਵੀ ਸਾਡੀ ਕਿਸਮਤ ਦੇ ਤਾਲੇ ਹੀ ਖੋਲ ਦਿੱਤੇ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਵੀ ਦੱਸੋ ਕਿ ਤੁਹਾਡੀ ਝੋਲੀ ਦੇ ਵਿੱਚ ਇਸ ਧਾਰਮਿਕ ਗੀਤ ਤੋਂ ਬਾਅਦ ਬਾਬਾ ਜੀ ਨੇ ਹੋਰ ਕਿਹੜੇ ਗੰਡੇ ਜਿਹੜੇ ਤੁਹਾਡੀ ਝੋਲੀ ਵਿੱਚ ਪਾਏ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਫੇਮਸ ਹੋਏ ਮੈਮ ਗਾਣੇ ਤੇ ਮੇਰੇ ਇੰਨੇ ਜਿਹੜੇ ਸਾਈ ਚਿੱਠੀ ਮਾਪਿਆਂ ਤੋਰਦੀ ਆਵਾਜ਼ਾਂ ਹੁਣ ਸਪੀਕਰ ਜੋ ਘੇਰਨਾ ਟਰੈਕਟਰ ਵੀ ਨਾ ਮਤਲਬ ਤਕਰੀਬਨ ਸਾਰੇ ਡਿੱਪ ਹਿੱਟ ਹੋਈਆਂ ਔਰ ਤੀਸਰੀ ਤੱਕ ਮੈਂ ਪੈਸੇ ਲੈ ਕੇ ਰਿਕਾਰਡ ਹੋਇਆ ਹੁਣ ਵੀ ਬਾਬੇ ਦੀ ਕਿਰਪਾ ਔਰ ਜਿਹੜਾ ਸਾਡਾ ਵਰਲਡ ਫੇਮਸ ਗੀਤ ਹੋਇਆ ਨਾ ਜੀ ਉਹ ਕੀਤਾ ਸਪੀਡ ਰਿਕਾਰਡ ਨੇ ਜਲੰਧਰੋਂ ਉਹ ਹੈਗਾ ਸੀਗਾ ਮੁੰਡੇ ਕਹਿੰਦੇ ਲੱਡੂ ਵੰਡਣੇ ਜਿਹੜੇ ਅੱਜ ਵੀ ਵਿਆਹਾਂ ਦੇ ਵਿੱਚ ਪੂਰਾ ਡੀਜੇ ਦੇ ਵੱਜਦਾ ਔਰ ਉਹ ਵਰਲਡ ਫੇਮਸ ਚੱਲਿਆ ਅੱਜ ਪੂਰਾ ਗੀਤ ਉਹ ਤੁਹਾਨੂੰ ਸੁਣਾਉਣਾ ਮੈਂ ਜੀ ਤੂੰ ਅੱਖਾਂ ਨਾਲ ਗੱਲਾਂ ਕਰਦੀ ਨੀ ਲੱਗਦੀ ਏ ਹੀਰ ਵਰਗੀ ਜਿੰਦ ਕੱਢਦਾ ਈ ਚੋਰੀ ਚੋਰੀ ਤੱਕਣਾ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਲ 16ਵਾਂ ਏ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਕੋਈ ਇਹ ਗੁਲਾਬ ਆਖਦਾ ਵੇ ਕੋਈ ਇਹ ਸ਼ਰਾਬ ਆਖਦਾ ਮੈਂ ਨਾ ਡਰਦੀ ਸ਼ਕੀਨੀ ਬਾਤੀ ਲਾਵਾਂ ਵੇ ਜਣਾ ਖਣ ਮਾਰੇ ਸੀਟੀਆਂ ਬਣ ਠਾਣੇ ਕੇ ਗਲੀ ਚ ਜਦੋਂ ਜਾਵਾਂ ਵੇ ਜਣਾ ਖਣ ਮਾਰੇ ਸੀਟੀਆਂ ਵੇ ਜਣਾ ਖਣਾ ਮਾਰੇ ਸੀਟੀਆਂ ਨੀ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਵੇ ਜਣਾ ਖਣਾ ਮਾਰੇ ਸੀਟੀਆਂ ਬਹੁਤ ਹੀ ਵਧੀਆ ਆਵਾਜ਼ ਹੈ ਦੋਨਾਂ ਦੀ ਔਰ ਪ੍ਰਮਾਤਮਾ ਨੇ ਸਰਸਵਤੀ ਮਾਤਾ ਤੁਹਾਡੀ ਦੋਨਾਂ ਦੇ ਆਪਸ ਦੇ ਜੋ ਤਾਲਮੇਲ ਕੀਤਾ ਨਾ ਇਹ ਬਹੁਤ ਹੀ ਵਧੀਆ ਹੈ ਤੇ ਹੁਣ ਇਹ ਦੱਸੋ ਕਿ ਹੁਣ ਲੇਟੈਸਟ ਇਸ ਸਮੇਂ ਵਾਹਿਗੁਰੂ ਜੀ ਨੇ ਤੁਹਾਡੀ ਝੋਲੀ ਦੇ ਵਿੱਚ ਜਿਹੜਾ ਇੱਕ ਗੀਤ ਜਿਸ ਨੂੰ ਆਪਾਂ ਕਹੀਏ ਵੀ ਗੰਢਿਆਂ ਦੀ ਬਰਸਾਤ ਕੀਤੀ ਹੋਈ ਹੈ ਉਹ ਕਿਹੜਾ ਆ ਤੇ ਉਹ ਤੁਸੀਂ ਵਾਜੇ ਨਾਲ ਹੀ ਸੁਣਾਉਣਾ ਆ ਜੀ ਆ ਜੀ ਵੈਸੇ ਤਾਂ ਮੈਂ ਮੋਦੀ ਤੇ ਗਾਇਆ ਸੀ ਇਹ ਕਿਉਂਕਿ ਤਰੀਕਾਂ ਪਾਈ ਜਾ ਰਿਹਾ ਸਾਡੇ ਕਿਸਾਨਾਂ ਦਾ ਸੁਣਦਾ ਨਹੀਂ ਆ ਕਹਿੰਦਾ ਸਾਡੇ ਆ ਸ਼ਰੀਕਾਂ ਨੇ ਮੱਥੇ ਦੀਆਂ ਲੀਕਾਂ ਨੇ ਬੜਾ ਤੰਗ ਕੀਤਾ ਸਾਨੂੰ ਪੈਂਦੀਆਂ ਤਰੀਕਾਂ ਨੇ ਸਾਡੇ ਆ ਸ਼ਰੀਕਾਂ ਨੇ ਮੱਥੇ ਦੀਆਂ ਲੀਕਾਂ ਨੇ ਬੜਾ ਤੰਗ ਕੀਤਾ ਸਾਨੂੰ ਪੈਂਦੀਆਂ ਤਰੀਕਾਂ ਨੇ ਗੱਲ ਲਾਉਣੀ ਇੱਕ ਪਾਸੇ ਕਰ ਦੇਣੇ ਯਾਰ ਪਾਰ ਨੇ ਨੀ ਕੱਲੇ ਠੋਕਣੇ ਆ ਵੇਖੀ ਤੇਰੇ ਯਾਰ ਨੇ ਨੀ ਕੱਲੇ ਠੋਕਣੇ ਆ ਵੇਖੀ ਤੇਰੇ ਯਾਰ ਨੇ ਨੀ ਕੱਲੇ ਫਿਰ ਹਿੱਕ ਵਿੱਚ ਜੜੀ ਪਰਵਾਹ ਨਾ ਤੂੰ ਕਰੀ ਸਾਨੂੰ ਚੁੱਪ ਵੇਖ ਜਾਂਦੇ ਸਿਰ ਉੱਤੇ ਚੜੀ ਹੋ ਫਿਰ ਹਿੱਕ ਵਿੱਚ ਜੜੀ ਪਰਵਾਹ ਨਾ ਤੂੰ ਕਰੀ ਸਾਨੂੰ ਚੁੱਪ ਵੇਖ ਜਾਂਦੇ ਸਿਰ ਉੱਤੇ ਚੜੀ ਹੋ ਸੋਚਦੇ ਹੁੰਦੇ ਸੀ ਆਪਾਂ ਲੈਣਾ ਕੀ ਆ ਲੜ ਕੇ ਖੜੂ ਤੇਰੇ ਹੱਕ ਚ ਦਨਾਲੀ ਜੱਟਾ ਫੜ ਕੇ ਖੜੂ ਤੇਰੇ ਹੱਕ ਚ ਦਨਾਲੀ ਜੱਟਾ ਫੜ ਕੇ ਹੋ ਇਹ ਆਪਣਾ ਲੇਟੈਸਟ ਗੀਤ ਆਇਆ ਜੀ ਲੇਟੈਸਟ ਔਰ ਕਿਸਾਨਾਂ ਦੇ ਲਈ ਤੁਸੀਂ ਗੀਤ ਔਰ ਤੁਹਾਨੂੰ ਦੱਸਦੇ ਹਾਂ ਕਿ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਅਸੀਂ ਮੈਣ ਦੇ ਵਿੱਚ ਕਵਰੇਜ ਕਰ ਰਹੇ ਸੀ ਕਿਸਾਨਾਂ ਦੀ ਰੈਲੀ ਦੀ ਤੇ ਦੈਨ ਇਹ ਗੀਤ ਉੱਥੇ ਚੱਲ ਰਿਹਾ ਸੀ ਔਰ ਉਸ ਵਕਤ ਇਹ ਲੜਕੇ ਨੇ ਨਾਲ ਦੀ ਨਾਲ ਕਿਹਾ ਮੈਡਮ ਆਪਾਂ ਇਹ ਕਲਾਕਾਰ ਨੂੰ ਮਿਲਣਾ ਆ ਵਾਹ ਥੈਂਕ ਯੂ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਸਰਸਵਤੀ ਦੀ ਇੱਕ ਡਿਊਟ ਜੋੜੀ ਦੇ ਉੱਤੇ ਜਿਹੜੀ ਅਪਾਰ ਕਿਰਪਾ ਆ ਨਾ ਇਹ ਬਹੁਤ ਘੱਟ ਹੀ ਨਜ਼ਰ ਆਉਂਦੀ ਹੈ ਨਹੀਂ ਤਾਂ ਡਿਊਟ ਜੋੜੀਆਂ ਜੇਕਰ ਹੈ ਤਾਂ ਉਹਨਾਂ ਦੇ ਘਰ ਵੱਖਰੀ ਜਗ੍ਹਾ ਦੇ ਉੱਤੇ ਰੋਟੀ ਪੱਕਦੀ ਹੈ ਇਹ ਨਾ ਮੈਂ ਤੁਹਾਨੂੰ ਦੱਸਦਾ ਭੈਣ ਜੀ ਕਿਸੇ ਦੇ ਨਾ ਪਿੱਛੇ ਜਦੋਂ ਕੋਈ ਹੱਥ ਹੁੰਦਾ ਨਾ ਕਿਸੇ ਵੱਡਾ ਹੱਥ ਹੁੰਦਾ ਹੈ ਜੀ ਤੇ ਉਹਨੂੰ ਤੱਤੀ ਵਾਵ ਨਹੀਂ ਲੱਗਦੀ ਉਹ ਫਿਰ ਵਲ ਦੀ ਅੱਗ ਚੋਂ ਹੀ ਬਚਿਆ ਰਹਿੰਦਾ ਬਿਲਕੁਲ ਸਾਡੇ ਤੇ ਨਾ ਆਸ਼ੀਰਵਾਦ ਹੈ ਸਾਨੂੰ ਬਾਬਾ ਦੰਦੂਰਾਮ ਬਰਾਗੀ ਜੀ ਆ ਦਰਬਾਰ ਗਮਾਨਪੁਰੇ ਰੇਲ ਦੇ ਨਾਲ ਹੀ ਉੱਥੇ ਬਿਰਾਜਮਾਨ ਨੇ ਮੁੱਖ ਸੇਵਾਦਾਰ ਬਾਬਾ ਬਲਦੇਵ ਰਾਮ ਬਰਾਗੀ ਜੀ ਉਹਨਾਂ ਦਾ ਸਾਨੂੰ ਆਸ਼ੀਰਵਾਦ ਬਹੁਤ ਤਗੜਾ ਹੈ ਤੇ ਉਹਨਾਂ ਦੇ ਪਿੱਛੇ ਹੱਥ ਬਹੁਤ ਵੱਡਾ ਹੈ ਜੀ ਤੇ ਬਾਕੀ ਬਹਿਣ ਖਲੋਣ ਜਿਹਦਾ ਸਾਡਾ ਮੇਰਾ ਜਾਂ ਇਹਨਾਂ ਦਾ ਅਸੀਂ ਬਹਿਨੇ ਖਲੋਨੇ ਆ ਜਿੱਦਾਂ ਵੱਡੇ ਸਾਡੇ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਜੀ ਹੋਏ ਉਹਨਾਂ ਦੀ ਸੰਗਤ ਕਰੀਦੀ ਆ ਬਾਬਾ ਜੀ ਦੀ ਸੰਗਤ ਕਰੀਦੀ ਆ ਇਹ ਸਾਰਿਆਂ ਨਾਲ ਵੱਡਿਆਂ ਨਾਲ ਚਰਨਾਂ 'ਚ ਰਹੀਦਾ ਤੇ ਫਿਰ ਉਹ ਤੁਹਾਨੂੰ ਪਤਾ ਵੱਡਿਆਂ ਦਾ ਆਸ਼ੀਰਵਾਦ ਜਿਹੜਾ ਉਹ ਕਦੀ ਨੀਵੇਂ ਨਹੀਂ ਹੁੰਦਾ ਪਰਮਾਤਮਾ ਹੀ ਕਿਰਪਾ ਇਸ ਤਰ੍ਹਾਂ ਹੀ ਰੱਖੇ ਤੇ ਇੱਕ ਜਾਣਕਾਰੀ ਹੋਰ ਦਿਓ ਕਿ ਤੁਹਾਡੀ
ਇਸ ਸਟਰਗਲ ਦੇ ਸਮੇਂ ਕੋਈ ਇਹੋ ਜਿਹਾ ਪਲ ਆਇਆ ਜਦੋਂ ਸਟੇਜ ਦੇ ਉੱਤੇ ਆਪਣੇ ਨਾਲ ਕੋਈ ਵਿਤਕਰਾ ਹੋਇਆ ਹੋਵੇ ਤੇ ਆਪਣੇ ਮਨ ਨੂੰ ਠੇਸ ਲੱਗੀ ਹੋਵੇ? ਕਿਉਂਕਿ ਕਲਾਕਾਰਾਂ ਦੇ ਵਿੱਚ ਇਹ ਵਿਤਕਰੇ ਭਾਵਨਾਵਾਂ ਨਾ ਬਹੁਤ ਦੇਖੀਆਂ ਜਾਂਦੀਆਂ ਨੇ। ਭੈਣ ਜੀ ਗੱਲ ਇੱਦਾਂ, ਵਿਤਕਰਾ ਮੇਰਾ ਕਲਾਕਾਰਾਂ ਨੂੰ ਤੇ ਚਲੋ ਉਹ ਸਿਆਣੇ ਕਹਿੰਦੇ ਨੇ ਕਿ ਜਦੋਂ ਤੁਸੀਂ ਕੋਈ ਤੁਹਾਡੇ ਇੱਦਾਂ ਕਰਦਾ, ਤੁਸੀਂ ਸਮਝੋ ਆਪਣੇ ਆਪ ਨੂੰ ਰਾਈਸ ਕਰ ਰਹੇ ਹੋ, ਪ੍ਰਮਾਤਮਾ ਤੁਹਾਨੂੰ ਉੱਚਾ ਖੜ ਰਿਹਾ। ਪਰ ਮੇਰੇ ਤੇ ਘਰ ਤੋਂ ਹੀ ਸ਼ੁਰੂ ਹੋ ਗਿਆ ਸੀ। ਮੈਂ ਜਦੋਂ ਪਹਿਲੀ ਸਟੇਜ ਕੀਤੀ ਨਾ, ਮੇਰੇ ਆਪਣੇ ਪਰਿਵਾਰ ਤੋਂ ਹੀ ਮੇਰੇ ਚਾਚਿਆਂ ਤਾਇਆਂ ਨੇ ਮੈਨੂੰ ਬਹੁਤ ਕੁੱਟਿਆ ਸੀਗਾ ਕਿ ਤੂੰ ਇਹ ਕੰਮ ਕਿਉਂ ਸ਼ੁਰੂ ਕੀਤਾ, ਪਹਿਲੀ ਸਟੇਜ ਤੋਂ ਹੀ। ਔਰ ਉਸ ਟਾਈਮ ਤੇ ਫਿਰ ਸਾਡਾ ਘਰ ਇੱਕ ਹੀ ਸਾਰਾ ਚਾਚੇ ਤਾਏ ਇਕੱਠੇ ਰਹਿੰਦੇ ਸੀਗੇ, ਪਰ ਉਸ ਟਾਈਮ ਤੇ ਫਿਰ ਸਾਡੇ ਘਰੇ ਕੰਧਾਂ ਵੱਜ ਗਈਆਂ, ਅਲੱਗ-ਅਲੱਗ ਹੋ ਗਏ। ਡੈਡੀ ਮੇਰੇ ਨੇ ਕਿਹਾ ਕਿ ਤੂੰ ਮੇਰਾ ਮੁੰਡਾ ਮਾਰੋਗੇ ਥੋੜ੍ਹੀ। ਤੇ ਬਾਅਦ ਵਿੱਚ ਅੱਜ ਉਹੀ ਲੋਕ ਜਿਹੜੇ ਆ ਉਹ ਲੋਕਾਂ ਨੂੰ ਦੱਸਦੇ ਆ ਵੀ ਅਸੀਂ ਉਹਦੇ ਕੁਝ ਲੱਗਦੇ ਆ। ਕਹਿਣ ਤੋਂ ਭਾਵ ਕੰਧਾਂ ਨੇ ਜਿਹੜੀਆਂ ਢਹਿ ਗਈਆਂ, ਤੇ ਕੰਧਾਂ ਚਲੋ ਫਿਰ ਇਕੱਠੇ ਹੋ ਗਏ ਸਾਰੇ, ਓਕੇ ਆ, ਸਾਰਾ ਕੁਝ ਓਕੇ ਆ। ਪਰ ਬਟ ਉਸ ਟਾਈਮ ਦੀ ਗੱਲ ਕਿ ਉਦੋਂ ਮੈਨੂੰ ਕਹਿੰਦੇ ਕਿ ਤੂੰ ਤੇ ਕੰਜਰ ਵਾਲਾ ਕੰਮ ਕਰ ਲਿਆ, ਕਿਉਂਕਿ ਮੇਰੇ ਪਰਿਵਾਰ 'ਚ ਸਾਰੇ ਜਣੇ ਅੰਮ੍ਰਿਤਧਾਰੀ ਆ, ਮੈਂ ਇਕੱਲਾ ਹੀ, ਮੈਂ ਵੀ ਸਰਦਾਰ ਸੀ ਪਹਿਲੋਂ। ਮਾਫ ਕਰਿਓ ਤੁਹਾਡੀ ਗੱਲ ਨਾਲ ਵਿੱਚ ਕੱਟਦੀ ਹਾਂ। ਦਰਸ਼ਕਾਂ ਨਾਲ ਇਹ ਇੱਕ ਗੱਲ ਸਾਂਝੀ ਕਰਨਾ ਚਾਹਾਂਗੇ। ਆਪਾਂ ਇਸ ਵਕਤ ਤਿੰਨੋਂ ਜਾਣੇ ਬੈਠੇ ਹਾਂ, ਜਿਹੜੀ ਕਲਾਕਾਰ ਹੈ ਨਾ, ਤੁਹਾਨੂੰ ਜਦੋਂ ਕੋਈ ਪ੍ਰੋਗਰਾਮ ਬੁੱਕ ਹੋ ਜਾਂਦਾ ਆ, ਤੁਸੀਂ ਕਿਤੇ ਮੇਲੇ ਤੇ ਜਾਣਾ ਆ, ਔਰ ਉਧਰੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਐਮਰਜੈਂਸੀ ਦੇ ਵਿੱਚ ਬਿਮਾਰ ਹੈ ਜਾਂ ਐਕਸਪਾਇਰ ਹੋ ਗਿਆ, ਤਾਂ ਤੁਸੀਂ ਆਪਣਾ ਪ੍ਰੋਗਰਾਮ ਨਹੀਂ ਛੱਡ ਸਕਦੇ। ਔਰ ਦੇਖਿਆ ਜਾਵੇ ਤਾਂ ਕਲਾਕਾਰ ਇੱਕ ਉਹ ਜੋਕਰ ਦਾ ਰੂਪ ਹੈ ਜਿਹਨੇ ਪਬਲਿਕ ਨੂੰ ਹਸਾਣਾ ਹੀ ਹਸਾਣਾ ਆ। ਪਰ ਕਲਾਕਾਰ ਲਈ ਸ਼ਬਦ ਵਰਤੇ ਜਾਂਦੇ ਨੇ ਕੰਜਰ। ਇਹ ਸ਼ਬਦ ਮੇਰੀ ਸੋਚ ਦੇ ਹਿਸਾਬ ਨਾਲ ਤਾਂ ਬਿਲਕੁਲ ਹੀ ਗਲਤ ਨੇ, ਕਿਉਂਕਿ ਮੈਂ ਤਾਂ ਖੁਦ ਕਲਾਕਾਰਾਂ ਨੂੰ ਦਿਲੋਂ ਪਿਆਰ ਕਰਦੀ ਹਾਂ। ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ? ਜਿਹੜਾ ਕਲਾਕਾਰ ਨਾ ਜੀ, ਉਹ ਚਾਹੇ ਅੰਦਰੋਂ ਜਿੰਨਾ ਮਰਜ਼ੀ ਦੁਖੀ ਹੋਵੇ, ਚਾਹੇ ਉਹਨੂੰ ਕੋਈ ਵੀ ਟ੍ਰੈਜਡੀ ਹੋਈ ਹੋਵੇ, ਉਹ ਲੋਕਾਂ 'ਚ ਖੁਸ਼ੀਆਂ ਵੰਡਦਾ, ਲੋਕਾਂ ਨੂੰ ਖੁਸ਼ ਕਰਦਾ ਜੀ। ਮੇਰੇ ਨਾਲ ਇੱਕ ਐਡੀ ਵੱਡੀ ਟ੍ਰੈਜਡੀ ਹੋਈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਉਂਕਿ ਜਦੋਂ ਮੇਲਿਆਂ ਸੀਜ਼ਨ ਆਉਂਦਾ ਨਾ, ਗੁਰਪ੍ਰੀਤ ਵੀਰ ਨੂੰ ਪਤਾ, ਮੇਰੇ ਕੋਲ ਇੱਕ ਦਿਨ ਨਹੀਂ ਵਿਹਲਾ ਹੁੰਦਾ। ਔਰ ਵੱਧ ਤੋਂ ਵੱਧ ਲੋਕੀ ਪੈਸੇ ਕਹਿੰਦੇ ਸਾਡੇ ਨਾਲ ਉਧਰ ਨਾ ਜਾ, ਸਾਡੇ ਕੋਲ ਪੈਸੇ ਦੇ ਵੱਧ ਲੈ ਕੇ ਆ ਜਾ। ਪਰ ਮੈਂ ਇਦਾਂ ਨਹੀਂ ਕਰਦਾ, ਜਿਹਨੂੰ ਇੱਕ ਵਾਰ ਬੁਕਿੰਗ ਹੋ ਗਈ। ਮੇਰਾ 18 ਸਾਲ ਦਾ ਹੋ ਕੇ ਬੇਟਾ ਪੂਰਾ ਹੋਇਆ ਸੀ, ਤੇ ਅਗਲੇ ਦਿਨ ਹੀ ਮੇਰਾ ਪ੍ਰੋਗਰਾਮ ਸੀ। ਉਸ ਦਿਨ ਦਾ ਪ੍ਰੋਗਰਾਮ ਮੈਂ ਛੱਡਿਆ ਸੀ ਜਿੱਦਣ ਉਹਦੀ ਡੈਥ ਹੁੰਦੀ, ਤੇ ਉਸ ਤੋਂ ਪਹਿਲਾਂ ਜਿੱਦਣ ਦੀ ਰਾਤ ਨੂੰ ਡੈਥ ਹੁੰਦੀ, ਦਿਨੇ ਮੈਂ 2 ਪ੍ਰੋਗਰਾਮ ਕਰਕੇ ਆਇਆ ਹਾਂ। ਤੇ ਅਗਲੇ ਦਿਨ ਪ੍ਰੋਗਰਾਮ ਸੀ ਮੇਰਾ ਮਲੋਟ ਦੇ ਏਰੀਏ 'ਚ, ਔਰ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਇੱਦਾਂ ਮੇਰਾ 18 ਸਾਲ ਦਾ ਬੇਟਾ ਪੂਰਾ ਹੋ ਗਿਆ ਤੇ ਮੈਂ ਨਹੀਂ ਆ ਸਕਦਾ। ਪਰ ਉਹਨਾਂ ਨੇ ਅੱਗੇ ਮੈਨੂੰ ਇਹ ਜਵਾਬ ਦਿੱਤਾ ਸੀ ਵੀ ਅਸੀਂ ਤੁਹਾਡੇ ਨਾਲ ਤੇ ਗਰਾਈ ਕੀਤੀ ਆ, ਔਰ ਇਲਾਕੇ ਦੇ ਵਿੱਚ ਸਾਡੀ ਬਦਨਾਮੀ ਹੋ ਜਾਊਗੀ, ਤੂੰ ਨਹੀਂ ਆਏਗਾ। ਤੇ ਪਰ ਫਿਰ ਮੈਨੂੰ ਅਗਲੇ ਦਿਨ ਫਿਰ ਵੀ ਸੰਸਕਾਰ ਕਰਕੇ ਤੇ ਅਗਲੇ ਦਿਨ ਮੈਨੂੰ ਉਸ ਸਟੇਜ 'ਤੇ ਜਾਣਾ ਪੈ ਗਿਆ ਸੀ। ਤੇ ਮੈਂ ਧੰਨਵਾਦ ਕਰਦਾ ਮੇਰੇ ਵੱਡੇ ਭਰਾ ਨੇ, ਬਲਵੀਰ ਚੋਟੀਆ ਜੀ, ਉਹ ਉੱਥੇ ਆਏ ਸੀ ਸਟੇਜ ਕਰਨ, ਪਰ ਲੋਕਾਂ ਨੇ ਨਹੀਂ ਜਿਹਨੂੰ ਸੁਣਨਾ ਹੋਵੇ। ਫਿਰ ਮੈਨੂੰ ਉਸੇ ਭਰੇ ਮਨ ਨਾਲ ਮੈਨੂੰ ਉੱਥੇ ਪੂਰੀ ਸਟੇਜ ਕਰਨੀ ਪਈ ਸੀ। ਪਰ ਭਾਜੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਪੇਮੈਂਟ ਲੈ ਜਾਓ, ਤੁਸੀਂ ਇੱਥੇ ਆਏ ਜੇ। ਉਹਨਾਂ ਮੇਰੇ ਕੋਲ 1 ਰੁਪਈਆ ਨਹੀਂ, ਕਹਿੰਦੇ ਨਹੀਂ ਅਸੀਂ ਇੱਦਾਂ ਨਹੀਂ ਕਰਨਾ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਦਰਸ਼ਕਾਂ ਨਾਲ ਇੱਥੇ ਅੱਜ ਗੱਲ ਐਂਡ ਦੇ ਵਿੱਚ ਸਾਂਝੀ ਕਰਾਂਗੇ ਕਿ ਜਿਹੜਾ ਸਿਟੀ ਲਾਈਵ ਕਰਨੀ ਹੋਏ ਪ੍ਰੋਗਰਾਮ ਚਲਾਇਆ ਗਿਆ ਚਮਕਦੇ ਤਾਰੇ, ਉਸ ਦਾ ਮੇਨ ਕਾਰਨ ਇਹੋ ਹੈ ਕਿ ਅਸੀਂ ਦਰਸ਼ਕਾਂ ਦੇ ਰੂਬਰੂ ਕਲਾਕਾਰਾਂ ਦਾ ਜਿਹੜਾ ਅਸਲੀ ਦਰਦ ਹੈ ਉਹ ਤੁਹਾਨੂੰ ਦੱਸੀਏ ਕਿ ਕਲਾਕਾਰ ਹਰ ਦਰਦ ਨੂੰ ਸਹਿ ਕੇ ਵੀ ਆਪਣਾ ਹੱਸਦਾ ਹੋਇਆ ਚਿਹਰਾ ਸਟੇਜ 'ਤੇ ਲੈ ਕੇ ਆਉਂਦਾ ਹੈ ਔਰ ਤੁਹਾਨੂੰ ਖੁਸ਼ ਕਰਦਾ ਹੈ। ਹੁਣ ਤੁਸੀਂ ਗੱਲ ਕਰੀਏ ਪੁੱਤਰ ਦੀ, ਤੇ ਪੁੱਤਰ ਕਹਿੰਦੇ ਉਹ ਦਾਤਾਂ ਨੇ ਜਦੋਂ ਇਹ ਵਿਛੜ ਜਾਂਦੀਆਂ ਨੇ ਤਾਂ ਇਹ ਕਮੀਆਂ ਤਾਂ ਕਦੇ ਵੀ ਇੱਕ ਮਾਂ ਪੂਰੀ ਹੀ ਨਹੀਂ, ਕੋਈ ਵੀ ਨਹੀਂ ਕਰ ਸਕਦਾ, ਹੈ ਨਾ। ਇਹ ਉਸ ਮਾਂ ਨੂੰ ਹੀ ਪਤਾ ਹੁੰਦਾ ਹੈ। ਔਰ ਹੁਣ ਅੱਜ ਦੇ ਸਮੇਂ ਜਿਹੜੇ ਸਾਡੇ ਕਿਸਾਨ ਵੀਰ ਆਪਣੀਆਂ ਮਾਵਾਂ ਤੋਂ ਵੱਖ ਹੋ ਗਏ ਨੇ, ਆਪਾਂ ਆਪਣੇ ਪ੍ਰੋਗਰਾਮ ਨੂੰ ਖਤਮ ਕਰਦੇ ਹੋਏ ਉਹਨਾਂ ਮਾਵਾਂ ਦੇ ਲਈ ਤੁਸੀਂ ਆਪਣੇ 2 ਸ਼ਬਦ ਵਾਜੇ ਦੇ ਨਾਲ। ਇੱਕ ਮਾਂ, ਮੈਂ ਕਹੂੰਗਾ ਕਿ ਮੋਦੀ ਸਾਹਿਬ, ਜੇ ਤੂੰ ਵੀ ਕਿਸੇ ਮਾਂ ਦਾ ਪੁੱਤ ਹੈ ਨਾ, ਤੇ ਇੰਨਾ ਕੁ ਵੇਖ ਵੀ ਉਹ ਬੈਠੇ ਕਿੱਥੇ ਆ ਜੀ, ਕਿਉਂ ਆਪਣੀ ਬੁੱਧੀ ਗਵਾ ਕੇ ਬੈਠਾ। ਮੈਂ ਇੱਕ ਮਾਂ ਦੀ ਗੱਲ ਕਰਨ ਲੱਗਾ, ਮਾਂ ਕਿੰਨੀ ਬੱਚੇ ਨੂੰ ਪਿਆਰੀ ਹੁੰਦੀ ਆ। ਚੁੱਕ ਗੋਦੀ ਲਾਡ ਲਡਾਉਂਦੀ ਸੀ ਜੋ, ਮੈਨੂੰ ਆਪਣਾ ਨੀਰ ਚਗਾਉਂਦੀ ਸੀ ਜੋ। ਚੁੱਕ ਗੋਦੀ ਲਾਡ ਲਡਾਉਂਦੀ ਸੀ ਜੋ, ਮੈਨੂੰ ਆਪਣਾ ਨੀਰ ਚਗਾਉਂਦੀ ਸੀ ਜੋ। ਉਹ ਮੇਰੇ ਹਿੱਸੇ ਵਾਲੀ ਠੰਡੀ ਛਾਂ ਮੋੜ ਦੇ, ਜੇ ਸੁਣਨਾ ਏ ਕਿਤੇ ਰੱਬਾ ਮੇਰੀ ਮਾਂ ਮੋੜ ਦੇ ਓਏ, ਮੇਰੀ ਮਾਂ ਮੋੜ ਦੇ ਓਏ, ਮੇਰੀ ਮਾਂ ਮੋੜ ਦੇ ਓਏ। ਰੱਬਾ ਤੈਨੂੰ ਵੀ ਤਾਂ ਪਤਾ ਉਹ ਮਾਂ ਦੀਆਂ ਲੋੜਾਂ ਕਿੰਨੀਆਂ ਨੇ। ਮੇਰੀ ਮਾਂ ਦੇ ਬਾਜੋ ਪਿੰਡ ਬੁੱਗਿਆਂ ਦੀਆਂ ਗਲੀਆਂ ਸੁੰਨੀਆਂ ਨੇ। ਮਾਂ
ਦੇ ਬਾਝੋ ਪਿੰਡ ਬੁੱਗਿਆਂ ਦੀਆਂ ਗਲੀਆਂ ਸੁੰਨੀਆਂ ਨੇ ਕਿਤੋਂ ਆਉਂਦੀ ਦੱਸ ਦੇ ਮਾਂ ਹਾਏ ਆਉਂਦੀ ਦੱਸ ਦੇ ਮਾਂ ਸਨੇਹਾ ਹੱਥ ਕਾਂ ਭੇਜਦੇ ਓਏ ਜੇ ਸੁਣਨਾ ਏ ਕਿਤੇ ਰੱਬਾ ਮੇਰੀ ਮਾਂ ਮੋੜ ਦੇ ਓਏ ਮੇਰੀ ਮਾਂ ਮੋੜ ਦੇ ਓਏ ਮੇਰੀ ਮਾਂ ਮੋੜ ਦੇ ਓਏ। ਮੋਦੀ ਸਾਹਿਬ ਜਿਹੜੇ ਬੱਚੇ ਆਪਣੀਆਂ ਮਾਵਾਂ ਦੀਆਂ ਗੋਦੀਆਂ ਸੁਣਦੇ ਅੱਜ ਤੂੰ ਸੜਕਾਂ ਤੇ ਸਵਾਰਦੇ ਆ ਤੇ ਤੈਨੂੰ ਹੱਥ ਜੋੜ ਕੇ ਪੀਰ ਆ ਇਹਨਾਂ ਨੂੰ ਵਾਪਸ ਭੇਜ ਇਹਨਾਂ ਦੇ ਕਿਨਾਰੇ ਕਾਲੇ ਕਾਨੂੰਨ ਵਾਪਸ ਲੈ ਲਾ। ਸਿਟੀ ਲਾਈਵ ਚੈਨਲ ਦੇ ਜਰੀਏ ਅਸੀਂ ਦਰਸ਼ਕਾਂ ਨੂੰ ਇੱਥੇ ਇੱਕ ਸੁਨੇਹਾ ਦੇਣਾ ਚਾਹਾਂਗੇ ਕਿ ਸਾਡੀ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੋਇਆ ਹੈ ਪੰਜਾਬੀ ਸੱਭਿਆਚਾਰ ਦੇ ਚੌਕੀਦਾਰਾਂ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਲੋਕ ਗਾਇਕ ਕਹਿੰਦੇ ਹਾਂ। ਔਰ ਅੱਜ ਇੱਕ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬੀ ਲੋਕ ਗਾਇਕਾਂ ਦੇ ਲਈ ਜਿਹੜਾ ਚੀਪ ਸ਼ਬਦ ਬੁੱਗਾ ਜੀ ਨੇ ਵੀ ਆਪਣੇ ਮੂੰਹ ਤੋਂ ਦੱਸਿਆ ਉਹ ਚੀਪ ਸ਼ਬਦ ਹੈ ਉਸ ਨੂੰ ਵਰਤਣ ਦੀ ਜ਼ਰੂਰਤ ਨਹੀਂ ਹੈ। ਇਹਨਾਂ ਦੇ ਦਿਲਾਂ ਦੇ ਦੁੱਖ ਸਮਝੋ ਤੇ ਇਹਨਾਂ ਦੁੱਖਾਂ ਨੂੰ ਹੱਸਦੇ ਹੋਏ ਚਿਹਰਿਆਂ ਦੇ ਉੱਤੇ ਸਮਝਣ ਦੀ ਲੋੜ ਹੈ। ਹਰ ਕਲਾਕਾਰ ਜਿਹੜਾ ਆ ਬਹੁਤ ਹੀ ਸਤਿਕਾਰਯੋਗ ਹੈ ਔਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਦੋਂ ਸਰਸਵਤੀ ਇਹਨਾਂ ਦੇ ਗਲੇ ਦੇ ਰਾਹੀਂ ਇਹਨਾਂ ਦੀ ਜ਼ੁਬਾਨ ਤੋਂ ਆਪਾਂ ਸੁਣਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਸਿਟੀ ਲਾਈਵ ਦੇ ਪ੍ਰੋਗਰਾਮ ਚਮਕਦੇ ਤਾਰੇ ਦੇ ਵਿੱਚ ਹਰ ਪੰਜਾਬੀ ਕਲਾਕਾਰ ਨੂੰ ਅਸੀਂ ਨਿਯੋਤਾ ਦਿੰਦੇ ਹਾਂ। ਸਾਡੇ ਨਾਲ ਜੁੜੇ ਰਹੋ। ਸਿਟੀ ਲਾਈਵ ਤੋਂ ਮੈਂ ਅਨੂ ਸ਼ਰਮਾ, ਕੈਮਰਾਮੈਨ ਗੁਰਪ੍ਰੀਤ ਸਿੰਘ ਢਿੱਲੋਂ।